ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸਿੱਧੂ KM ਵਾਲਾ ਟੀਵੀ ਤੇ ਮੈਂ ਹਾਂ ਗੁਰਜਿੰਦਰ ਸਿੰਘ ਸਿੱਧੂ ਕਲਾ ਮਾਇਰਾ। ਜੀ ਹਾਂ ਦੋਸਤੋ, ਅਮਰੀਕਾ ਵਿੱਚ ਫੇਲ ਪਾਲਿਸੀ ਕੀ ਇੰਡੀਆ ਦੇ ਵਿੱਚ ਕਾਮਯਾਬ ਹੋ ਸਕਦੀ ਹੈ? ਅੱਜ ਦਾ ਆਪਣਾ ਇਹ ਮੇਨ ਟੌਪਿਕ ਹੈ ਦੋਸਤੋ। ਇੱਕ ਪਾਲਿਸੀ ਜਿਹੜੀ ਅਮਰੀਕਾ ਦੇ ਵਿੱਚ ਫੇਲ ਹੋਈ ਹੈ ਤੇ ਇੰਡੀਆ ਦੇ ਵਿੱਚ ਲਾਗੂ ਕਰਕੇ ਕੀ ਕਿਸਾਨਾਂ ਦੀ ਇਨਕਮ ਡਬਲ ਹੋ ਜਾਏਗੀ? ਕਿ ਕਿਸਾਨ ਖੇਤੀਬਾੜੀ ਸੈਕਟਰ ਦੇ ਵਿੱਚ ਇਨਕਮ ਕਰ ਪਾਏਗਾ? ਇਸ ਵਿਸ਼ੇ ਦੇ ਸੰਬੰਧੀ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਦੋਸਤੋ। ਦੱਸਣਾ ਚਾਹੂੰਗਾ ਕਿ ਅਮਰੀਕਾ ਦੇ ਵਿੱਚ 1970 ਦੇ ਦਹਾਕੇ ਦੇ ਵਿੱਚ 15% ਕਿਸਾਨ ਖੇਤੀਬਾੜੀ ਕਰਦੇ ਸੀਗੇ। ਰਾਈਟ ਨਾਓ 2022-23 ਦੀ ਰਿਪੋਰਟ ਦੇ ਅਨੁਸਾਰ ਓਨਲੀ 1.5% ਕਿਸਾਨ ਹੀ ਐਗਰੀਕਲਚਰ ਸੈਕਟਰ ਦੇ ਨਾਲ ਜੁੜੇ ਹੋਏ ਹਨ। 13.5% ਕਿਸਾਨ ਅਮਰੀਕਾ ਦੇ ਖੇਤੀਬਾੜੀ ਸੈਕਟਰ ਦੇ ਵਿੱਚੋਂ ਬਾਹਰ ਹੋ ਗਏ ਹਨ ਡਿਊ ਟੂ ਦਾ ਬੈਡ ਪਾਲਿਸੀਜ਼। ਜੋ ਇਹ ਬੈਡ ਪਾਲਿਸੀ ਹੈ ਉਸ ਦੇ ਅਕੋਰਡਿੰਗ ਟੂ ਜਿਹੜੇ 1.5% ਕਿਸਾਨ ਰਹਿ ਗਏ, ਕੀ ਇਹਨਾਂ ਦੀ ਇਨਕਮ ਡਬਲ ਨਹੀਂ ਹੋ ਜਾਣੀ ਚਾਹੀਦੀ ਸੀਗੀ? ਹੁਣ ਤੱਕ ਉਹਨਾਂ ਦੀ ਇਨਕਮ ਡਬਲ ਨਹੀਂ ਹੋਈ। ਇਸ ਸਮੇਂ ਅਮਰੀਕਾ ਦਾ ਕਿਸਾਨ ਵੱਡੇ ਆਰਥਿਕ ਸੰਕਟ ਦੇ ਵਿੱਚ ਗੁਜ਼ਰ ਰਿਹਾ ਹੈ ਦੋਸਤੋ। ਸੋਚਣ ਵਾਲੀ ਗੱਲ ਹੈ ਕਿ ਦੇਸ਼ ਦੇ ਕਿਸਾਨ ਦੀ ਸਿਰਫ 1.5% ਹੀ ਪਾਪੂਲੇਸ਼ਨ ਖੇਤੀਬਾੜੀ ਕਰਦੀ ਹੋਵੇ ਔਰ ਉਹਨਾਂ ਦੀ ਇਨਕਮ ਡਬਲ ਨਾ ਹੋਈ ਹੋਵੇ ਤਾਂ ਇਹ ਪਾਲਿਸੀ ਫੇਲ ਹੈ। ਉਹ ਪਾਲਿਸੀ 70% ਪਾਪੂਲੇਸ਼ਨ ਜਿਹੜੀ ਡਿਪੈਂਡੇਬਲ ਹੋਵੇ ਦੇਸ਼ ਦੀ, ਆਪਣੇ ਇੰਡੀਆ ਦੀ, ਉਸ ਦੇਸ਼ ਦੇ ਵਿੱਚ ਕਿੱਦਾਂ ਕਾਮਯਾਬ ਹੋ ਪਾਏਗੀ? ਹਾਊ ਇਟ ਵਿਲ ਬੀ ਪੋਸੀਬਲ? ਅਮਰੀਕਾ ਦੇ ਕਿਸਾਨ ਇਸ ਸਮੇਂ ਵੱਡੇ ਕਰਜ਼ੇ ਹੇਠ ਦੱਬੇ ਹੋਏ ਹਨ ਤੇ ਆਤਮ ਹੱਤਿਆ ਦੀ ਦਰ 45% ਤੋਂ ਵੀ ਵੱਧ ਹੈ ਜੋ ਰੂਰਲ ਏਰੀਆ ਦੇ ਵਿੱਚ ਕਿਸਾਨ ਅਮਰੀਕਾ ਦੇ ਵਿੱਚ ਰਹਿੰਦੇ ਹਨ। ਹੁਣ ਅਗਰ 2020 ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਉੱਤੇ ਅਮਰੀਕਾ ਦੇ ਵਿੱਚ $425 ਬਿਲੀਅਨ ਦਾ ਕਰਜ਼ਾ ਸੀਗਾ, ਜੋ ਕਿ ਛੋਟੀ ਮੋਟੀ ਅਮਾਉਂਟ ਨਹੀਂ ਹੈਗੀ, ਇੱਕ ਬਹੁਤ ਵੱਡੀ ਅਮਾਉਂਟ ਹੈ ਇਹ। ਜੋ ਲੇਟੈਸਟ ਅੰਕੜੇ ਸਾਹਮਣੇ ਆਏ ਹਨ ਉਹਦੇ ਵਿੱਚ ਇਹ ਸ਼ੋ ਹੋ ਰਿਹਾ ਕਿ ਕਿਸਾਨਾਂ ਦੀ ਇਨਕਮ ਡਾਊਨਫਾਲ ਦੇ ਵਿੱਚ ਜਾ ਰਹੀ ਹੈ, ਮਤਲਬ ਘਟ ਰਹੀ ਹੈ। ਹੁਣ ਸਿਚੁਏਸ਼ਨ ਇਹ ਹੈ ਕਿ ਅਗਰ 15% ਦੇ ਵਿੱਚੋਂ ਸਿਰਫ 1.5% ਕਿਸਾਨ ਹੀ ਰਹਿ ਗਏ ਹਨ ਔਰ ਉਹਨਾਂ ਦੀ ਇਨਕਮ ਡਬਲ ਨਹੀਂ ਹੋਈ ਔਰ ਉਹ ਖੇਤੀਬਾੜੀ ਸੈਕਟਰ ਦੇ ਵਿੱਚੋਂ ਬਾਹਰ ਨਿਕਲ ਰਹੇ ਹਨ ਤਾਂ ਇਹ ਪਾਲਿਸੀ ਫੇਲ ਹੈ ਜੋ ਇੰਡੀਆ ਦੇ ਵਿੱਚ ਸਰਕਾਰ ਇੰਪਲੀਮੈਂਟ ਕਰਨਾ ਚਾਹੁੰਦੀ ਹੈ। ਅਮਰੀਕਾ ਵਾਲੀ ਥਿਊਰੀ ਭਾਰਤ ਵਿੱਚ ਇੰਪਲੀਮੈਂਟ ਕਿਉਂ ਕਰਨਾ ਚਾਹੁੰਦੀ ਹੈ? ਉਹਦਾ ਕਾਰਨ ਹੈ ਇੱਕ ਫੇਲ ਥਿਊਰੀ ਨੂੰ ਭਾਰਤ ਵਿੱਚ ਲਾਗੂ ਕਰਨਾ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਇੰਡੀਆ ਦੇ ਵਿੱਚ ਜਿਹੜੇ 70% ਪਾਪੂਲੇਸ਼ਨ ਐਗਰੀਕਲਚਰ ਸੈਕਟਰ ਦੇ ਉੱਤੇ ਡਿਪੈਂਡੇਬਲ ਹੈ ਉਹਨੂੰ ਬਾਹਰ ਕੱਢਣਾ, ਵੱਡੇ ਕੰਪਨੀਆਂ ਲਈ, ਉਦਯੋਗਪਤੀਆਂ ਦੇ ਲਈ, ਸਰਮਾਏ ਲਈ ਸਸਤੀ ਲੇਬਰ ਦਾ ਅਰੇਂਜਮੈਂਟ ਕਰਨਾ। ਇਹ ਲੇਬਰ ਕਿੱਥੋਂ ਪ੍ਰੋਵਾਈਡ ਹੋਊਗੀ? ਅਗਰ ਖੇਤੀਬਾੜੀ ਸੈਕਟਰ ਦੇ ਵਿੱਚੋਂ ਕਿਸਾਨ ਬਾਹਰ ਨਿਕਲਣਗੇ। ਕਿਸਾਨ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਕਰ ਦੋ। ਇਸ ਪਾਲਿਸੀ ਦੇ ਉੱਤੇ ਕੰਮ ਕਰ ਰਹੀਆਂ ਨੇ ਸਰਕਾਰਾਂ। ਇਹ ਕਿਸਾਨਾਂ ਦੀ ਜ਼ਮੀਨਾਂ ਖੋ ਕੇ 2-4 ਪੂੰਜੀਪਤੀ ਨੂੰ ਦੇ ਦੇਣੀਆਂ ਇਹ ਚਾਹੁੰਦੀਆਂ ਨੇ। ਇਸ ਕਰਕੇ ਪਾਲਿਸੀ ਇੰਡੀਆ 'ਚ ਇੰਪਲੀਮੈਂਟ ਕਰਨਾ ਚਾਹੁੰਦੀਆਂ ਨੇ ਸਰਕਾਰਾਂ। ਇਹ ਜਿਹੜੇ ਵੱਡੇ ਉਦਯੋਗਪਤੀ ਨੇ ਨਾ, ਪੂੰਜੀਪਤੀ, ਉਹਨਾਂ ਦੀ ਅੱਖ ਪੰਜਾਬ ਦੇ, ਆਪਣੇ ਹਰਿਆਣੇ ਦੇ, ਯੂਪੀ ਦੇ, MP ਦੇ ਜਿਹੜਾ ਏਰੀਆ ਨਾ, ਇਹ ਬਹੁਤ ਉਪਜਾਊ ਏਰੀਆ, ਇਸ ਦੇ ਉੱਤੇ ਅੱਖ ਹੈ ਇਹਨਾਂ ਦੀ। ਇਹ ਕਿਸੇ ਨਾ ਕਿਸੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਜ਼ਮੀਨਾਂ ਦੇ ਕਾਬਜ਼ ਹੋਣਾ ਚਾਹੁੰਦੇ ਨੇ। ਡੈਟਸ ਵੇ ਜਿਹੜੀ ਫੇਲ ਪਾਲਿਸੀ ਹੈ ਇਹ ਲਾਗੂ ਕਰਵਾਉਣਾ ਚਾਹੁੰਦੇ ਨੇ ਸਰਕਾਰ ਤੋਂ। ਸਰਕਾਰ ਵੀ ਸਿਰਫ ਉਹੀ ਕਾਨੂੰਨ ਬਣਾਉਂਦੀ ਹੈ ਜਿਹੜੇ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਹੋਣ, ਨਾ ਕਿ ਕਿਸਾਨਾਂ ਦੇ। ਕੀ ਕਦੀ ਕੋਈ ਕਿਸਾਨਾਂ ਲਈ ਪਾਲਿਸੀ ਬਣਾਈ ਹੈ ਸਰਕਾਰ ਨੇ? ਕਿਸਾਨਾਂ ਲਈ ਕਿਉਂ ਬਣਾਉਣਗੇ ਉਹ? ਕਿਉਂਕਿ ਫੰਡਿੰਗ ਇਹ ਵੱਡੇ ਉਦਯੋਗਪਤੀ ਦਿੰਦੇ ਨੇ ਸਰਕਾਰ ਨੂੰ। ਚੋਣਾਂ ਦੇ ਵਿੱਚ ਫੰਡਿੰਗ ਇਹ ਕਰਦੇ ਨੇ। 6500 ਕਰੋੜ ਦਾ, 6200 ਕਰੋੜ ਦਾ ਫੰਡਿੰਗ ਇਹ ਕਰਦੇ ਨੇ ਸਰਕਾਰਾਂ ਨੂੰ, ਤਾਂ ਇਹਨਾਂ ਦੇ ਹੱਕ ਦੀਆਂ ਪਾਲਿਸੀਆਂ ਬਣਦੀਆਂ ਨੇ। ਜ਼ਿਮੀਂਦਾਰਾਂ ਦੇ ਹੱਕ ਦੀ ਕਿਉਂ ਬਣੂਗੀ? ਕਿਸਾਨਾਂ ਦੇ ਹੱਕ ਦੀ ਕਿਉਂ ਬਣੂਗੀ? ਅਗਰ ਹੁਣ ਵੀ ਨਾ ਜਾਗੇ ਤਾਂ ਕਦੀ ਵੀ ਨਹੀਂ ਜਾਗ ਪਾਵਾਂਗੇ ਦੋਸਤੋ। ਇਹ ਪਾਲਿਸੀਆਂ ਜੋ ਉਦਯੋਗਪਤੀ ਚਾਹੁੰਦੇ ਹਨ ਉਹ ਇੰਪਲੀਮੈਂਟ ਹੋ ਵੀ ਜਾਣਗੀਆਂ, ਤੁਹਾਡੇ ਸਾਹਮਣੇ ਹੈ, ਆਉਣ ਵਾਲੇ ਟਾਈਮ ਦੇ ਵਿੱਚ ਹੋ ਜਾਣਗੀਆਂ। ਅਗਰ ਇਹ ਪਾਲਿਸੀ ਸਕਸੈਸਫੁਲ ਹੈ ਤਾਂ ਅਮਰੀਕਾ ਵਿੱਚ ਕਿਉਂ ਨਹੀਂ ਹੋਈ ਇਹ ਸਕਸੈਸਫੁਲ? ਅਸਲ ਦੇ ਵਿੱਚ ਕਿਸਾਨੀ ਨੂੰ ਖਤਮ ਕਰਨ ਲਈ ਪਾਲਿਸੀਆਂ ਲਿਆਂਦੀਆਂ ਗਈਆਂ ਨੇ ਔਰ ਜਿਹੜੀ ਕਿਸਾਨਾਂ ਦੀ MSP ਹੈ ਪੰਜਾਬ ਹਰਿਆਣਾ ਨੂੰ ਛੱਡ ਕੇ ਬਾਕੀ ਹੋਰ ਕਿਸੇ ਸਟੇਟ ਨੂੰ ਨਹੀਂ ਮਿਲ ਰਹੀ। ਅੱਜ ਦੇਸ਼ ਦਾ ਕਿਸਾਨ ਡੂੰਘੇ ਆਰਥਿਕ ਸੰਕਟ ਦੇ ਵਿੱਚ ਗੁਜ਼ਰ ਰਿਹਾ, ਆਪਣੇ ਦੇਸ਼ ਦਾ, ਭਾਰਤ ਦਾ ਔਰ ਅਮਰੀਕਾ ਦਾ ਵੀ।
ਤਕਰੀਬਨ ਹਰ ਇੱਕ ਕੰਟਰੀ ਦੀ ਇਹੀ ਸਿਚੁਏਸ਼ਨ ਹੈ। ਵੱਡੇ ਵੱਡੇ ਧਰਨੇ ਪ੍ਰਦਰਸ਼ਨ ਅੰਦੋਲਨ ਹੋ ਰਹੇ ਨੇ ਹਰ ਇੱਕ ਕੰਟਰੀ ਦੇ, ਯੂਰਪ ਦੀ ਕੰਟਰੀਆਂ ਦੇ ਵਿੱਚ ਹੋ ਰਹੇ ਨੇ, ਇੰਡੀਆ ਦੇ ਵਿੱਚ ਵੀ ਹੋ ਰਹੇ ਨੇ। ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਹਨ। ਕਿਉਂ ਬੈਠੇ ਹਨ? ਕਿ ਸਰਕਾਰ ਨੂੰ ਉਹਨਾਂ ਦਾ ਵਾਅਦਾ ਚੇਤੇ ਕਰਾਇਆ ਜਾਵੇ। ਗੱਲਾਂ ਤਾਂ ਹੋਰ ਵੀ ਬਹੁਤ ਨੇ ਦੋਸਤੋ, ਲੇਕਿਨ ਤੁਹਾਨੂੰ ਐਂਡ ਦੇ ਵਿੱਚ ਇੰਨਾ ਦੱਸਣਾ ਚਾਹੂੰਗਾ ਕਿ ਅਗਰ ਜੇ ਹੁਣ ਨਾ ਜਾਗੇ ਕਦੇ ਨਹੀਂ ਜਾਗੋਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਅਗਰ ਵਧੀਆ ਲੱਗੇ ਤਾਂ ਕਰਿਓ, ਅਦਰਵਾਈਜ਼ ਨਾ ਕਰਿਓ। ਥੈਂਕਸ ਫॉर ਵਾਚਿੰਗ ਸਿੱਧੂ ਕੇ ਐਮ ਵਾਲਾ ਟੀਵੀ ਐਂਡ ਮੇਰੇ ਜਾਨੀ ਕਿ ਗੁਰਜਿੰਦਰ ਸਿੰਘ ਸਿੱਧੂ ਵੱਲੋਂ।